ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 25 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503 ਦੇ ਉੱਤੇ। ਇਸ ਦੇ ਨਾਲ ਨਾਲ ਅਵਤਾਰ ਸਿੰਘ ਮੰਜ਼ਲ ਗਲੋਵਿਸ ਤੋਂ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 8888889994। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀ ਅਮਨਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੁਛ ਮਿੰਟ ਪਹਿਲਾਂ ਕਹਿੰਦੇ ਪਈ ਇਜ਼ਰਾਈਲ ਨੇ ਈਰਾਨ ਦੇ ਉੱਤੇ ਜਿਹੜਾ ਆ ਹਮਲਾ ਕੀਤਾ ਹੈ। ਖਾਸ ਕਰਕੇ ਈਰਾਨ ਦੇ ਜੋ ਮਿਲਟਰੀ ਟਾਰਗੇਟਸ ਆ ਉੱਥੇ ਹਿੱਟ ਕੀਤਾ ਗਿਆ ਹੈਗਾ। ਬਲਾਸਟਿਕ ਮਿਸਾਈਲਸ ਦੇ ਨਾਲ ਅਟੈਕ ਕੀਤਾ ਗਿਆ, ਪਰ ਈਰਾਨ ਹਜੇ ਤੱਕ ਨਹੀਂ ਮੰਨ ਰਿਹਾ ਹੈਗਾ। ਪਰ ਲੇਟੈਸਟ ਖਬਰ ਇਹ ਆ ਰਹੀ ਹੈਗੀ ਆ ਵੀ ਇਜ਼ਰਾਈਲ ਨੇ ਈਰਾਨ ਦੇ ਜਿਹੜੇ ਮਿਲਟਰੀ ਇੰਸਟਾਲੇਸ਼ਨਸ ਹੈਗੀਆਂ ਉਹਨਾਂ ਦੇ ਉੱਤੇ ਜਿਹੜਾ ਪ੍ਰੀਸਾਈਜ਼ ਸਟ੍ਰਾਈਕ ਕੀਤਾ ਹੈਗਾ ਜੀ। ਇਜ਼ਰਾਈਲ ਦੇ ਆਪ ਜਿਹੜੇ IDF ਵਾਲੇ ਆ, ਇਜ਼ਰਾਈਲ ਡਿਫੈਂਸ ਫੋਰਸਿਸ ਆ, ਉਹਨਾਂ ਨੇ ਐਕਸ ਦੇ ਉੱਤੇ ਆਪਣੀ ਵੀਡੀਓ ਜਾਰੀ ਕੀਤੀ ਹੈ, ਜਿਸ ਦੇ ਵਿੱਚ ਉਹ ਇਹੀ ਦਾਅਵਾ ਕਰ ਰਹੇ ਆ ਵੀ ਜਿਹੜੇ ਕੁਛ ਵੀਕ ਪਹਿਲਾਂ ਈਰਾਨ ਦੇ ਦੁਆਰਾ ਬਲਾਸਟਿਕ ਮਿਜ਼ਾਈਲਸ ਛੱਡੀਆਂ ਗਈਆਂ ਸੀ ਇਜ਼ਰਾਈਲ ਦੇ ਉੱਤੇ, ਉਸ ਦੀ ਜਵਾਬੀ ਕਾਰਵਾਈ ਦੇ ਵਿੱਚ ਇਹ ਹੈਗਾ ਆ। ਵਾਸ਼ਿੰਗਟਨ ਕਹਿ ਰਿਹਾ ਆ, ਅਮਰੀਕਾ ਕਹਿ ਰਿਹਾ ਵੀ ਸਾਨੂੰ ਇਹ ਪਤਾ ਆ ਇਜ਼ਰਾਈਲ ਦੇ ਰਾਈਟ ਟੂ ਸੈਲਫ ਡਿਫੈਂਸ ਦੇ ਅਧੀਨ ਉਹ ਜਿਹੜਾ ਇਹ ਹਮਲਾ ਵਾਪਸ ਜਿਹੜਾ ਆ ਉਹ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਮਿਲਟਰੀ ਟਾਰਗੇਟਸ ਦੇ ਉੱਤੇ ਹੀ ਈਰਾਨ ਦੇ ਉੱਤੇ ਜਿਹੜੀਆਂ ਸਟ੍ਰਾਈਕਸ ਕੀਤੀਆਂ ਗਈਆਂ। ਕਹਿੰਦੇ ਵੀ ਇਸ ਦੇ ਨਾਲ ਮਿਡਲ ਈਸਟ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜੀ ਸਥਿਤੀ ਆ ਉਹ ਅੱਗੇ ਵਿਗੜ ਸਕਦੀ ਹੈਗੀ ਆ। ਹਮਾਸ ਜਿਹੜਾ ਗਰੁੱਪ ਹੈਗਾ ਆ ਈਰਾਨ ਦੀ, ਉਹਨਾਂ ਨੂੰ ਪੂਰੀ ਸਮਰਥਨ ਰਹਿੰਦਾ ਆ ਤੇ 7 ਅਕਤੂਬਰ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਛ ਪਿਛਲੇ ਸਾਲ ਦਾ ਸ਼ੁਰੂ ਹੋਇਆ ਆ, ਜਿਸ ਤੋਂ ਬਾਅਦ ਦੇ ਵਿੱਚ ਜੋ ਗਾਜ਼ਾ ਦਾ ਹਾਲ ਬਣਿਆ ਆ ਤੇ ਜੋ ਹੁਣ ਲੈਬਨਾਨ ਦੇ ਵਿੱਚ ਨਾਲ ਚੱਲ ਰਿਹਾ, ਤੇ ਹੁਣ ਈਰਾਨ ਦੇ ਨਾਲ ਸਿੱਧੇ ਤੌਰ ਦੇ ਉੱਤੇ ਇਜ਼ਰਾਈਲ ਆਮੋ ਸਾਹਮਣੇ ਜਿਹੜਾ ਹੋ ਰਿਹਾ ਆ। ਬਲਾਸਟਿਕ ਮਿਜ਼ਾਈਲ ਦੀ ਰਿਟੈਲੀਏਸ਼ਨ ਜੋ ਵਾਪਰੀ ਸੀ 1 ਅਕਤੂਬਰ ਨੂੰ, ਉਸ ਦੇ ਜਵਾਬ ਦੇ ਵਿੱਚ ਇਹ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਹੈ। ਤਹਿਰਾਨ ਜਿਹੜਾ ਈਰਾਨ ਦੀ ਕੈਪੀਟਲ ਆ, ਉੱਥੇ ਕਹਿੰਦੇ ਵੀ ਵੱਡੇ ਧਮਾਕੇ ਜਿਹੜੇ ਆ ਉਹ ਸੁਣੇ ਗਏ ਆ। ਉੱਥੋਂ ਦੇ ਸਟੇਟ ਰਨ ਮੀਡੀਆ ਨੇ ਪਹਿਲੋਂ ਜਿਹੜਾ ਉਹ ਐਕਨੋਲਜ ਕੀਤਾ ਵੀ ਬਲਾਸਟ ਜਿਹੜੇ ਉਹ ਹੋਏ ਆ, ਜਿਹੜੇ ਆਵਾਜ਼ ਜਿਹੜੇ ਆ ਉਹ ਆਈਆਂ ਆ, 에ਅਰ ਡਿਫੈਂਸ ਸਿਸਟਮ ਜਿਹੜੇ ਆ ਉਹ ਚੱਲੇ ਆ। ਪਰ ਬਾਅਦ ਦੇ ਵਿੱਚ ਹੁਣ ਈਰਾਨ ਨੇ ਖੁਦ ਟਵਿੱਟਰ ਦੇ ਉੱਤੇ ਜਿਹੜਾ ਹੁਣ ਐਕਸ ਆ ਉਸ ਦੇ ਉੱਤੇ ਕਹਿੰਦਾ ਵੀ ਕਿੱਥੇ ਹਮਲਾ ਕਿੱਥੇ ਹੋਇਆ, ਸੋ ਉਹ ਇਸ ਟਾਈਮ ਮੁੱਕ ਰਹੇ ਆ। ਇੰਟਰਨੈਸ਼ਨਲ ਫਲਾਈਟਸ ਕਹਿੰਦੇ ਵੀ ਕੁਛ ਜਿਹੜੀਆਂ ਵੈਸਟਰਨ ਈਰਾਨ ਦੇ ਇਲਾਕੇ ਦੇ ਵਿੱਚੋਂ ਡਾਇਵਰਟ ਹੋਣੀਆਂ ਸ਼ੁਰੂ ਜਿਹੜੀਆਂ ਉਹ ਹੋਈਆਂ ਸੀਗੀਆਂ। ਫਲਾਈਟ ਟਰੈਕਿੰਗ ਡਾਟਾ ਜਿਹੜਾ ਆ ਉਸਨੇ ਦੱਸਿਆ ਹੈਗਾ ਆ। ਸੋ ਦੇਖੋ ਅੱਗੇ ਇਸ ਦੇ ਵਿੱਚ ਅੱਗੇ ਓਵਰਆਲ ਕੀ ਬਣਦਾ ਆ। ਸਥਿਤੀ ਹੋਰ ਇਸ ਦੇ ਵਿੱਚ ਵਿਗੜ ਸਕਦੀ ਆ ਜੇ ਵਾਕਿਆ ਹੀ ਇਜ਼ਰਾਈਲ ਨੇ ਇਸ ਤਰੀਕੇ ਦੀ ਜਿਹੜੀ ਉਹ ਗੱਲ ਕੀਤੀ ਹੈ। ਜੇ ਹੁਣ ਈਰਾਨ ਹਰਜੋਤ ਸਿੰਘ ਜੀ ਫਿਰ ਮੁੜ ਦੁਬਾਰਾ ਜਵਾਬੀ ਕਾਰਵਾਈ ਕਰ ਦਿੰਦਾ ਆ ਤਾਂ ਸਥਿਤੀ ਵੱਧ ਤੋਂ ਬੱਤਰ ਝੱਟ ਜਿਹੜੀ ਉਹ ਬਣ ਜਾਵੇਗੀ। ਅਗਲੀ ਖਬਰ ਵੱਲ ਚਲੀਏ। ਪਹਿਲੀ ਵਾਰੀ 1980 ਤੋਂ ਬਾਅਦ ਵਾਸ਼ਿੰਗਟਨ ਪੋਸਟ ਨੇ ਅੱਜ ਅਨਾਉਂਸ ਕੀਤਾ ਵੀ ਉਹ ਕਿਸੇ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੂੰ ਐਂਡੋਰਸ ਨਹੀਂ ਕਰਨਗੇ। 1980 ਤੋਂ ਬਾਅਦ ਕਹਿੰਦੇ ਵੀ ਜੈਫ ਬੀਜ਼ੋਸ ਜੋ ਇਹਦਾ ਮਾਲਕ ਹੈਗਾ, ਬਿਲੀਅਨਰ, ਉਸਨੇ ਇਸ ਐਂਡੋਰਸਮੈਂਟ ਨੂੰ ਰੋਕਿਆ। ਉਸ ਟਾਈਮ ਦੇ ਉੱਤੇ ਜਦੋਂ ਬਹੁਤ ਸਾਰੇ ਜਿਹੜੇ ਵਾਸ਼ਿੰਗਟਨ ਪੋਸਟ ਦੇ ਜਿਹੜੇ ਐਡੀਟਰ ਬੋਰਡ ਦੇ ਜਿਹੜੇ ਮੈਂਬਰ ਸੀਗੇ, ਉਹ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਉਹਨਾਂ ਨੇ ਐਂਡੋਰਸ ਕਰਨ ਦੇ ਲਈ ਐਡੀਟੋਰੀਅਲ ਪੇਜ ਜਿਹੜਾ ਆ ਉਹ ਡਰਾਫਟ ਕੀਤਾ ਹੋਇਆ ਸੀਗਾ। ਬਹੁਤ ਸਾਰੇ ਐਡੀਟੋਰੀਅਲ ਬੋਰਡ ਦੇ ਮੈਂਬਰ ਸਰਪ੍ਰਾਈਜ਼ ਵੀ ਆ ਤੇ ਗੁੱਸੇ ਦੇ ਵਿੱਚ ਵੀ ਹੈਗੇ ਆ ਵੀ ਸਾਨੂੰ ਕਿਉਂ ਰੋਕਿਆ ਗਿਆ ਹੈਗਾ। ਜ਼ੈਫ ਬੀਜ਼ੋਸ ਇਹ ਕਹਿੰਦੇ ਆ ਵੀ ਜਿਸ ਤਰ੍ਹਾਂ 1980 ਤੋਂ ਪਹਿਲਾਂ ਸੀ
ਜੋ ਵਾਸ਼ਿੰਗਟਨ ਪੋਸਟ ਕਦੇ ਵੀ ਕਿਸੇ ਨੂੰ ਐਂਡੋਰਸ ਨਹੀਂ ਕਰਦੀ ਸੀ, ਆਪਾਂ ਉਸ ਵਾਲੀ ਸਿਚੁਏਸ਼ਨ ਤੇ ਜਾਣਾ ਚਾਹੁੰਦੇ ਹੈਗੇ ਆ। ਇਹ ਡਿਸੀਜਨ ਉਸ ਟਾਈਮ ਆਇਆ ਜਦੋਂ ਕੁਝ ਦਿਨ ਪਹਿਲਾਂ ਲਾਸ ਐਂਜਲਸ ਟਾਈਮਸ ਦੇ ਜਿਹੜੇ ਮਾਲਕ ਹੈਗੇ ਆ ਪੈਟਰਿਕ ਸੂਨ ਸ਼ਿਓਂਗ, ਉਹਨਾਂ ਨੇ ਵੀ ਨਿਊਜ਼ਪੇਪਰ ਦੀ ਜਿਹੜੀ ਐਂਡੋਰਸਮੈਂਟ ਆ ਕਮਲਾ ਹੈਰਿਸ ਉਹਨਾਂ ਦੀ ਉਹ ਰੁਕਵਾ ਦਿੱਤੀ ਸੀ, ਜਿਹਦੇ ਕਰਕੇ ਲਾਸ ਐਂਜਲਸ ਟਾਈਮ ਦੇ 3 ਐਡੀਟੋਰੀਅਲ ਬੋਰਡ ਮੈਂਬਰ ਰਿਜ਼ਾਈਨ ਕਰ ਗਏ ਸੀ। ਸੋ ਇਹਦੇ ਸੰਬੰਧ ਦੇ ਵਿੱਚ ਕਾਫੀ ਵਿਰੋਧ ਜਿਹੜਾ ਆ ਜੈਫ ਬੇਜ਼ੋਸ ਦਾ ਹੋਣ ਜਾ ਰਿਹਾ ਆ। ਮਾਰਟੀ ਵਾਰਨ ਜੋ ਆ ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ, ਜੇ ਸਾਨੂੰ ਸਹੀ ਲੱਗਦਾ ਸੀ ਤਾਂ ਸਾਨੂੰ ਐਂਡੋਰਸ ਕਰਨਾ ਚਾਹੀਦਾ ਸੀਗਾ ਜਿਹੜਾ ਵੀ ਕੋਈ ਕੈਂਡੀਡੇਟ ਬੈਟਰ ਲੱਗਦਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਕਿਹਾ ਵੀ ਪਹਿਲੀ ਵਾਰ ਹੋਇਆ। ਜੈਫ ਬੈਜ਼ੋਸ ਨੂੰ ਯਾਦ ਆ ਜਦੋਂ ਪਿਛਲੀ ਵਾਰੀ ਟਰੰਪ ਹੁਣੀ ਰਾਸ਼ਟਰਪਤੀ ਸੀਗੇ, ਟਰੰਪ ਹੁਣਾਂ ਨੇ ਸਿੱਧਾ ਹੀ ਕਿਹਾ ਸੀਗਾ ਵੀ ਇਹ ਤਾਂ ਮੇਰਾ ਦੁਸ਼ਮਣ ਹੀ ਆ, ਜਿਹੜੇ ਵਾਸ਼ਿੰਗਟਨ ਪੋਸਟ ਵਾਲਿਆਂ ਦੇ ਉਲਟ, ਜਿਹੜਾ ਕਿਉਂਕਿ ਉਹਨਾਂ ਨੇ ਕਾਫੀ ਐਕਸਪੋਜ਼ੇ ਕਹਿ ਲਓ ਵੀ ਸੀ, ਟਰੰਪ ਉਹਨਾਂ ਦੇ ਕ੍ਰਿਟੀਕਲ ਬਹੁਤ ਜ਼ਿਆਦਾ ਵਾਸ਼ਿੰਗਟਨ ਪੋਸਟ ਰਹਿੰਦਾ ਸੀ। ਇੱਕ ਕਲਾਊਡ ਕੰਪਿਊਟਿੰਗ ਦਾ ਤਕਰੀਬਨ ਬਿਲੀਅਨਸ ਆਫ ਡਾਲਰ ਦਾ ਪ੍ਰੋਜੈਕਟ ਲੂਜ਼ ਕਰ ਗਿਆ ਸੀਗਾ ਜੈਫ ਬੈਜ਼ੋਸ। ਸੋ ਧਨਾੜ ਬੰਦੇ ਨੇ ਪੈਸੇ ਵੱਲ ਨੂੰ ਹੀ ਝੁਕਣਾ ਆ, ਉਹਨੂੰ ਇਹ ਆ ਵੀ ਜੇ ਕਿਤੇ ਟਰੰਪ ਹੁਣੀ ਦੁਬਾਰਾ ਆਉਂਦੇ ਆ ਤੇ ਮੈਂ ਐਂਡੋਰਸਮੈਂਟ ਕਮਲਾ ਹੈਰਿਸ ਦੀ ਕੀਤੀ ਹੋਈ ਤਾਂ ਮੈਨੂੰ ਫਿਰ ਕਿਤੇ ਹੋਰ ਕੰਪਨੀ ਦੇ ਵਿੱਚ ਨੁਕਸਾਨ ਜਿਹੜਾ ਆ ਉਹ ਨਾ ਝੱਲਣਾ ਪੈ ਜਾਵੇ। ਸੋ ਇਹ ਚੀਜ਼ ਜਿਹੜੀ ਆ ਇਸ ਟਾਈਮ ਦੇਖੀ ਗਈ ਆ। ਸੋ ਜੈਫ ਬੈਜ਼ੋਸ ਦੇ ਕਹਿਣ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਵਾਸ਼ਿੰਗਟਨ ਪੋਸਟ ਆ ਉਹਨਾਂ ਨੇ ਕਿਸੇ ਨੂੰ ਵੀ ਐਂਡੋਰਸ ਕਰਨ ਤੋਂ ਨਾ ਜਿਹੜਾ ਉਹ ਕਰ ਦਿੱਤਾ ਹੈਗਾ। ਅਗਲੀ ਖਬਰ ਵੱਲ ਚਲੀਏ, ਜਿਹੜੀ ਉਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਅੱਜ ਮਾਫੀ ਮੰਗੀ ਹੈਗੀ ਆ ਉਹਨਾਂ ਇੰਡੀਅਨ ਬੋਰਡਿੰਗ ਸਕੂਲਸ ਦੇ ਬਾਬਤ। ਕਹਿੰਦੇ ਵੀ ਬਲੌਟ ਔਨ ਅਵਰ ਹਿਸਟਰੀ ਸੀਗਾ। 150 ਸਾਲਾਂ ਬਾਅਦ ਜਿਹੜੇ ਨੇਟਿਵ ਅਮਰੀਕਨ ਕਮਿਊਨਿਟੀ ਸੀ ਉਹਨਾਂ ਦੇ ਬੱਚਿਆਂ ਨੂੰ ਧੱਕੇ ਦੇ ਨਾਲ ਖੋਲਿਆ ਜਾਂਦਾ ਸੀ ਤੇ ਉਹਨਾਂ ਨੂੰ ਪ੍ਰਾਈਵੇਟ ਸਕੂਲ ਜਿਹੜੇ ਫੈਡਰਲ ਗਵਰਨਮੈਂਟ ਨੇ ਸੈਟਅਪ ਕੀਤੇ ਸੀ ਉਹਨਾਂ ਦੇ ਵਿੱਚ ਪਾਇਆ ਜਾਂਦਾ ਸੀ। ਇਹ ਸਕੂਲ 1819 ਤੋਂ ਲੈ ਕੇ 1970 ਤੱਕ ਚੱਲਦੇ ਰਹੇ। ਕਹਿੰਦੇ ਵੀ ਫੋਰਸਿਵਲੀ ਧੱਕੇ ਨਾਲ ਬੱਚਿਆਂ ਨੂੰ ਉਹਨਾਂ ਦੇ ਘਰਾਂ ਤੋਂ, ਉਹਨਾਂ ਦੇ ਪਰਿਵਾਰਾਂ ਤੋਂ ਹੋਇਆ ਜਾਂਦਾ ਸੀ ਤਾਂ ਕਿ ਉਹ ਆਪਣਾ ਕਲਚਰ, ਆਪਣੀ ਬੋਲੀ ਸਾਰਾ ਕੁਝ ਭੁੱਲ ਜਾਣ। ਜੋ ਕੁਝ ਪੰਜਾਬ 'ਚ ਹੋ ਰਿਹਾ ਤੁਹਾਡੇ ਸਾਹਮਣੇ ਹੀ ਆ ਵੀ ਕਿੱਦਾਂ ਜਿਹੜੀ ਧੱਕੇ ਦੇ ਨਾਲ ਹਿੰਦੀ ਲਾਈ ਜਾ ਰਹੀ ਆ, ਪੰਜਾਬੀ ਨੂੰ ਭੁਲਾਇਆ ਜਾ ਰਿਹਾ। ਸੋ ਬਾਈਡਨ ਨੇ ਅਪੋਲੋਜੀ ਮੰਗੀ ਆ ਐਰੀਜ਼ੋਨਾ ਦੇ ਵਿੱਚ। ਕਹਿੰਦੇ ਵੀ ਇਹ ਵੀ ਹੁਣ ਕਈ ਕਹਿ ਰਹੇ ਆ ਵੀ ਜਿਹੜੇ ਟਰਾਈਬਲ ਨੇਸ਼ਨਸ ਆ ਉਹਨਾਂ ਵੱਲੋਂ ਇੱਕ ਤਰ੍ਹਾਂ ਨਾਲ ਡੈਮੋਕ੍ਰੇਟਿਕ ਪਾਰਟੀ ਇਹ ਵੀ ਚਾਹੁੰਦੀ ਆ ਵੀ ਉਹਨਾਂ ਦੀਆਂ 10,000 ਦੇ ਕਰੀਬ ਵੋਟਸ ਹੈਗੀਆਂ ਵੀ ਉਹਦੀ ਹੈਲਪ ਹੋਊਗੀ। ਪਰ ਕੁਛ ਸਮਾਂ ਪਹਿਲਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਵੀ ਜਿਹੜੇ ਰੈਡ ਇੰਡੀਅਨਸ ਹੈਗੇ ਆ, ਜਿਹੜੇ ਓਰੀਜਨਲ ਇੰਡੀਅਨਸ ਆ, ਜਿਹੜੇ ਮਾਲਕ ਆ ਉਸ ਮੁਲਕ ਦੇ, ਉਹਨਾਂ ਦੇ ਕੋਲੋਂ ਵੀ ਮਾਫੀ ਮੰਗੀ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਕੀਰਤੀਮਾਨ ਕਹਿ ਸਕਦੇ ਹੋਇਆ ਸਿੱਖਾਂ ਦੀ ਬਾਬਤ। ਸਿੱਖਾਂ ਦੀ ਨਸਲ ਖੁਸ਼ੀ ਦਾ ਜਿਹੜਾ ਮਤਾ ਆ ਪਹਿਲੀ ਵਾਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਉਹ ਪੇਸ਼ ਕੀਤਾ ਗਿਆ ਆ। ਉਹ ਹੁਣ US ਦੀ ਕਾਂਗਰਸ ਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਦੋ ਕਾਂਗਰਸਮੈਨ ਨੇ, ਡੇਵਿਡ ਵਾਲਡਾਹੋ ਤੇ ਜਿਮ ਕੋਸਟਾ, ਉਹਨਾਂ ਦੇ ਨਾਲ 3 ਹੋਰ ਜਿਹੜੇ ਕਾਂਗਰਸਮੈਨ, ਜੋਸ਼ ਹਾਰਡਰ, ਜਿਹੜੇ ਵਿੰਸ ਫੋਂਗ ਤੇ ਜੌਨ ਡੁਆਰਟੇ, ਉਹਨਾਂ ਨੇ ਇਸ ਬਿੱਲ ਨੂੰ, ਇਸ ਰੈਜ਼ੋਲੂਸ਼ਨ ਨੂੰ ਸਮਰਥਨ ਦਿੱਤਾ ਆ ਜਿਸ ਦੇ ਵਿੱਚ 1984 ਚ ਜੋ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਸ ਨੂੰ ਰੈਕੋਗਨਾਈਜ਼ ਕੀਤਾ ਜਾਊਗਾ ਤੇ ਕਮੈਮੋਰੇਟ ਕੀਤਾ ਜਾਊਗਾ। ਇਸ ਪੂਰੇ ਰੈਜ਼ੋਲੂਸ਼ਨ, ਇਸ ਪੂਰੇ ਮਤੇ ਨੂੰ ਲੈ ਕੇ ਇੱਕ ਵਿਸ਼ੇਸ਼ ਰਿਪੋਰਟ ਬਹੁਤ ਹੀ ਜਲਦ ਪੰਜਾਬੀ ਰੇਡੀਓ USA ਦੇ YouTube ਅਤੇ Facebook ਚੈਨਲ ਦੇ ਉੱਤੇ ਪੈਣ ਜਾ ਰਹੀ ਆ। ਆਉਂਦੇ ਕੁਛ ਜਿਹੜੇ ਉਹ ਮਿੰਟਾਂ ਦੇ ਵਿੱਚ, ਕੁਛ ਘੰਟਿਆਂ ਦੇ ਵਿੱਚ, ਉਹ ਵੀ ਜਿਹੜੀ ਸੁਣਨੀ ਨਾ ਭੁੱਲਿਓ। ਪਰ ਹੁਣ ਸਿੱਖਾਂ ਦੇ ਲਈ ਇਹ ਇੱਕ ਵੱਡਾ ਮੌਕਾ ਆ। ਸਿੱਖ ਨਸਲਕੁਸ਼ੀ ਨੂੰ ਅਮਰੀਕਾ ਦੇ ਸਦਨ ਦੇ ਵਿੱਚ, ਅਮਰੀਕਾ ਦੇ ਵਿੱਚ ਅਮਰੀਕੀ ਸਰਕਾਰ ਦੇ ਮੋਹਰੇ, ਅਮਰੀਕੀ ਕਾਂਗਰਸ ਦੇ ਮੋਹਰੇ ਉਸ ਨੂੰ ਰੈਕੋਗਨਾਈਜ਼ ਕਰਵਾਇਆ ਜਾ ਸਕਦਾ ਹੈ। ਉਸੇ ਤਰੀਕੇ ਦੇ ਨਾਲ ਜਿੱਦਾਂ ਅਰਮੀਨੀਆ ਦੇ ਲੋਕਾਂ ਨੇ ਆਟੋਮਨ ਅੰਪਾਇਰ ਤੋਂ ਜੋ ਉਹਨਾਂ ਦਾ ਜੈਨੋਸਾਈਡ ਹੋਇਆ ਸੀ ਉਸ ਨੂੰ ਰੈਕੋਗਨਾਈਜ਼ ਕਰਵਾਇਆ ਸੀ। ਜੀ ਅਗਲੀ ਖਬਰ ਵੱਲ ਚਲੀਏ। ਵਰਲਡ ਵਾਰ ਦੇ ਜਿਹੜੇ ਪ੍ਰਿਜ਼ਨਰਸ ਆਫ ਵਾਰ ਉਹਨਾਂ ਦੀਆਂ ਕੁਝ ਰਿਮੇਨਸ ਸਦਰਨ ਕੈਲੀਫੋਰਨੀਆ ਦੇ ਵਿੱਚ ਲਿਆਂਦੇ ਗਏ ਹੈਗੇ ਆ। POW ਜਿਹਦੀ ਉਮਰ 32 ਸਾਲਾਂ ਦੀ ਸੀ, ਫਿਲੀਪਾਈਨਸ ਦੇ ਵਿੱਚ 82 ਸਾਲ ਪਹਿਲਾਂ
ਜਿਨ੍ਹਾਂ ਦੀ ਲੜਾਈ ਜਦੋਂ ਵਾਰ ਚੱਲੀ ਸੀ ਉਹਦੇ ਵਿੱਚ ਮੌਤ ਹੋ ਗਈ ਸੀ। ਯੂਨਾਈਟਿਡ ਸਟੇਟਸ ਦੇ ਆਰਮੀ ਸਰਜੈਂਟ ਚਾਰਲਸ ਯੰਗ ਯੂਨੀਅਰ ਪ੍ਰਿਜ਼ਨਰ ਆਫ ਵਾਰ ਕੈਂਪ ਦੇ ਵਿੱਚ ਫਿਲਪਾਈਨਸ 'ਚ ਸ਼ਹੀਦ ਹੋ ਗਏ ਸੀ। ਤੇ ਅੱਜ ਉਹਨਾਂ ਦੀ ਬੋਡੀ ਜਾਂ ਰਿਮੇਨਸ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਦਬਾਏ ਗਏ ਹੈਗੇ ਆ। ਉੱਥੇ ਉਹਨਾਂ ਦਾ ਜਿਹੜਾ ਸੰਸਕਾਰ ਕੀਤਾ ਗਿਆ ਹੈਗਾ। ਉਹਨਾਂ ਦੇ ਰਿਮੇਨਸ ਓਨਟਾਰੀਓ ਇੰਟਰਨੈਸ਼ਨਲ ਏਅਰਪੋਰਟ ਤੇ ਅੱਜ ਬਾਅਦ ਦੁਪਹਿਰ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਵਾਨਸ ਬਰਾਊਨ ਮੋਰਚਰੀ ਜੋ ਮੈਨੀਫੀਚ ਵਿੱਚ ਹੈਗੀ ਆ ਉੱਥੇ ਟਰਾਂਸਫਰ ਕਰ ਦਿੱਤਾ ਗਿਆ। ਉਹਨਾਂ ਨੂੰ 429 ਸਿਗਨਲ ਮੇਨਟੇਨੈਂਸ ਕੰਪਨੀ ਦੇ ਵਿੱਚ ਉਹ ਸਰਵ ਕਰਦੇ ਸੀ। 1942 ਦੇ ਵਿੱਚ ਯੂਨਾਈਟਿਡ ਸਟੇਟਸ ਨੇ ਜਿਹੜਾ ਸਰੈਂਡਰ ਕਰ ਦਿੱਤਾ ਸੀ ਕੰਟਰੋਲ ਆਫ ਬਟਾਨ ਪੈਨਸੂਲਾ ਤੇ ਕੋਰੀਗਡੋਰ ਆਈਲੈਂਡ ਜੋ ਫਿਲਪਾਈਨਸ ਦੇ ਵਿੱਚ ਸੀਗਾ ਜਪਾਨ ਨੂੰ। 2500 ਦੇ ਕਰੀਬ ਅਮਰੀਕਨ ਤੇ ਫਿਲਪੀਨੋ ਮੂਲ ਦੇ ਜਿਹੜੇ ਫੌਜੀ ਸੀਗੇ ਉਹ ਉਸ ਟਾਈਮ ਬੰਦੀ ਬਣਾ ਲਏ ਗਏ ਸੀ ਤੇ ਉਹਨਾਂ ਨੂੰ POW ਕੈਂਪਸ ਦੇ ਵਿੱਚ ਰੱਖਿਆ ਗਿਆ ਜਿੱਥੇ ਉਹਨਾਂ ਦੀਆਂ ਮੌਤ ਹੋ ਗਈਆਂ ਤੇ ਮਾਸ ਗ੍ਰੇਵਸ ਦੇ ਵਿੱਚ ਉਹਨਾਂ ਨੂੰ ਜਿਹੜਾ ਦਬਾ ਦਿੱਤਾ ਗਿਆ ਸੀ। ਜੀ, ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਚਾਈਨਾ ਦੇ ਹੈਕਰਸ ਦੇ ਦੁਆਰਾ ਕਿੰਨੇ ਵੀ ਉਹ ਫੋਨਸ ਨੂੰ ਟਾਰਗੇਟ ਕੀਤਾ ਗਿਆ ਹੈਕਿੰਗ ਦੇ ਲਈ ਜਿਹੜੇ ਟਰੰਪ ਤੇ JD ਵੈਂਸ ਉਹਨਾਂ ਦੇ ਦੁਆਰਾ ਵਰਤੇ ਜਿਹੜੇ ਉਹ ਜਾਂਦੇ ਸੀਗੇ। ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਟਿਕਟ ਦੇ ਫੋਨਸ ਨੂੰ ਟਾਰਗੇਟ ਜਿਹੜਾ ਇਹ ਕੀਤਾ ਗਿਆ ਹੈ। ਕਹਿੰਦੇ ਵੀ ਇਹ ਵਾਈਡ ਰੇਂਜਿੰਗ ਐਫਰਟ ਆ ਚਾਈਨਾ ਦੇ ਦੁਆਰਾ, ਕਾਮਰੇਡਾਂ ਦੇ ਦੁਆਰਾ, ਉੱਥੋਂ ਦੀ ਸਰਕਾਰ ਦੇ ਦੁਆਰਾ ਵੀ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਉਹਨਾਂ ਦੇ ਫੋਨਸ ਦੇ ਵਿੱਚ ਕੀ ਕੁਝ ਚੱਲ ਰਿਹਾ ਆ ਉਹਨਾਂ ਉੱਤੇ ਨਜ਼ਰ ਜਿਹੜੀ ਉਹ ਰੱਖੀ ਜਾਵੇ। ਕਹਿੰਦੇ ਵੀ ਇਸ ਡਾਟਾ ਦੇ ਉੱਤੇ ਇਹਨਾਂ ਦੀ ਅੱਖ ਸੀਗੀ। ਰੀਸੈਂਟਲੀ FBI ਨੇ ਦੱਸਿਆ ਸੀ ਵੀ ਈਰਾਨ ਦੇ ਦੁਆਰਾ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਤੇ ਉਹਨਾਂ ਦੇ ਹੀ ਜਿਹੜੇ ਕੈਂਪੇਨ ਦੇ ਸਟਾਫਰਸ ਆ ਉਹਨਾਂ ਦੇ ਫੋਨ ਜਾਂ ਈਮੇਲਸ ਆ ਉਹਨਾਂ ਨੂੰ ਹੈਕ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀਗੀ। ਸੋ ਕਿੱਦਾਂ ਦੀ ਇਨਫੋਰਮੇਸ਼ਨ ਉਹਨਾਂ ਫੋਨਸ ਦੇ ਉੱਤੇ ਹੁੰਦੀ ਆ ਇਹ ਸਾਰੇ ਜਾਣੇ ਜਿਹੜੇ ਉਹ ਜਾਣਦੇ ਆ ਵੀ ਕਾਫੀ ਸੈਂਸਿਟਿਵ ਹੁੰਦੀ ਹੈ ਜੋ ਉਹਨਾਂ ਦੇ ਆਪਣੇ ਪਰਸਨਲ ਤੇ ਕੈਂਪੇਨ ਦੇ ਨਾਲ ਸੰਬੰਧਿਤ ਜਿਹੜੀ ਉਹ ਹੋ ਸਕਦੀ ਆ। ਕੈਂਪੇਨ ਜਿਹੜੇ ਟਰੰਪ ਕੈਂਪੇਨ ਨੂੰ ਕਹਿੰਦੇ ਵੀ ਪਹਿਲਾਂ ਹੀ ਇਸ ਹਫ਼ਤੇ ਦੇ ਵਿੱਚ ਦੱਸ ਦਿੱਤਾ ਗਿਆ ਸੀਗਾ ਵੀ ਟਰੰਪ ਤੇ ਵੈਂਸ ਉਹਨਾਂ ਦੇ ਫੋਨਸ ਦੇ ਉੱਤੇ ਜਿਹੜੀ ਆਊਟਸਾਈਡ ਗਵਰਨਮੈਂਟ ਆ ਉਹ ਉਹਨਾਂ ਨੰਬਰਾਂ ਦੇ ਉੱਤੇ ਜਿਹੜੀ ਉਹ ਅੱਖ ਰੱਖੀ ਬੈਠੀ ਆ ਉਸ ਡਾਟਾ ਦੇ ਉੱਤੇ। ਕਹਿੰਦੇ ਵੀ ਵਰਾਈਜ਼ਨ ਦੇ ਫੋਨ ਸਿਸਟਮ ਦੇ ਵਿੱਚ ਇਨਫਿਲਟਰੇਟ ਕਰਕੇ ਘੁਸਪੈਠ ਕਰਕੇ ਚਾਈਨਾ ਦੇ ਦੁਆਰਾ ਇਹਨਾਂ ਦੇ ਫੋਨਸ ਦੇ ਵਿੱਚੋਂ ਡਾਟਾ ਨੂੰ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਆ। ਇਨਵੈਸਟੀਗੇਸ਼ਨ ਇਸ ਟਾਈਮ ਚੱਲ ਰਹੀ ਆ ਤੇ FBI ਤੇ ਨੈਸ਼ਨਲ ਸਿਕਿਉਰਿਟੀ ਦੇ ਅਧਿਕਾਰੀ ਆ ਉਹਨਾਂ ਨੇ ਸਿਗਨਲ ਦਿੱਤਾ ਹੈ ਵੀ ਕਹਿੰਦੇ ਵੀ ਇਹ ਬਹੁਤ ਚਿੰਤਾਜਨਕ ਇਸ ਟਾਈਮ ਹਾਲਾਤ ਬਣੇ ਪਏ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਕੈਂਡੀਡੇਟਸ ਆ ਉਹਨਾਂ ਦਾ ਜਾਂ ਪੋਲੀਟੀਕਲ ਫਿਗਰਸ ਆ ਉਹਨਾਂ ਦੇ ਡਾਟਾ ਦੇ ਉੱਤੇ ਉਹਨਾਂ ਦੇ ਫੋਨਸ ਨੂੰ ਹੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਆ ਖਾਸ ਕਰਕੇ ਪੀਪਲ ਰਿਪਬਲਿਕ ਆਫ ਚਾਈਨਾ ਦੇ ਦੁਆਰਾ। ਪ੍ਰੋਪੋਜੀਸ਼ਨ 36 ਨੂੰ ਲੈ ਕੇ ਜਿਹੜੇ ਉਹਦੇ ਵਿਰੋਧ ਦੇ ਵਿੱਚ ਆ ਬੜੇ ਜਿਹੜੇ ਆ ਉਹ ਗਲਤ ਡਾਟਾ ਪੇਸ਼ ਕਰ ਰਹੇ ਹੈਗੇ ਆ। CBS ਵੀ ਰਿਪੋਰਟ ਕਰ ਰਿਹਾ ਹੈਗਾ। ਇਹ 'ਚ ਇਹ ਕਿਹਾ ਜਾ ਰਿਹਾ ਹੈ ਵੀ ਪਿਛਲੇ ਸਾਲ ਦੇ ਨਾਲੋਂ ਇਸ ਵਾਰੀ ਕ੍ਰਾਈਮ ਘਟਿਆ ਆ ਵੀ ਬਈ ਜਦੋਂ ਕ੍ਰਾਈਮ ਹੁੰਦਾ ਆ, ਚੋਰੀ ਹੁੰਦੀ ਆ, ਸਮੈਸ਼ ਐਂਡ ਗ੍ਰੈਬ ਹੁੰਦੀ ਆ, ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹ ਕਾਲਾਂ ਕਰਦੇ 911 ਤੇ ਉਹ ਆਉਂਦੇ ਹੀ ਨਹੀਂ ਹੈ ਤੇ ਰਿਪੋਰਟ ਹੀ ਨਹੀਂ ਹੁੰਦਾ। ਜਦੋਂ ਰਿਪੋਰਟ ਹੀ ਨਹੀਂ ਹੋਣਾ ਤਾਂ ਆਪ ਹੀ ਕ੍ਰਾਈਮ ਜਿਹੜਾ ਉਹ ਘਟ ਗਿਆ ਹੈਗਾ। ਸੋ ਪ੍ਰੋਪੋਜੀਸ਼ਨ 36 ਜਿਹਨੂੰ ਇਹ ਕਿਹਾ ਜਾ ਰਿਹਾ ਵੀ ਜੇ ਪਾਸ ਹੁੰਦੀ ਆ ਤਾਂ ਹੋਮਲੈਸ ਡਰੱਗ ਐਡਿਕਸ਼ਨ ਤੇ ਥੈਫਟ ਰਿਡਕਸ਼ਨ ਐਕਟ ਇਹ ਕਰਕੇ ਜਾਣਿਆ ਜਾਂਦਾ। ਜਿਹੜੇ ਲੋਕ ਬਾਰ-ਬਾਰ ਕ੍ਰਾਈਮ ਕਰਦੇ ਆ, ਡਰੱਗ ਵੇਚਦੇ ਆ, ਉਹਨਾਂ ਦੇ ਫੈਲਨੀ ਚਾਰजेस ਲਾਏ ਜਾਣਗੇ। ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਦਾ ਜਿਹੜਾ ਡਾਟਾ ਆ ਉਹ ਉਹਨਾਂ ਨੇ ਕਿਹਾ ਵੀ 2023 ਚ 2,13,000 ਇਨਸੀਡੈਂਟਸ ਰੀਟੇਲ ਥੈਫਟ ਦੀਆਂ ਰਿਪੋਰਟਡ ਸੀ। ਹੁਣ ਆਪਾਂ ਨੂੰ ਵੀ ਪਤਾ ਵੀ ਆਪਣੇ ਬੰਦਿਆਂ ਦੇ ਬਹੁਤ ਸਟੋਰ ਆ, ਕਿੰਨੇ ਕੁ ਲੋਕ ਰਿਪੋਰਟ ਕਰਦੇ ਕਹਿੰਦੇ ਛੱਡੋ ਯਾਰ ਆਊਗੇ, ਪਤਾ ਨਹੀਂ ਪੁਲਿਸ ਨੇ ਆਣਾ ਨਹੀਂ ਆਣਾ, ਆ ਕੇ ਮੂਹਰੇ ਰੋਕ ਦੇਣਾ ਤੇ ਸਾਡਾ ਉਹ ਬਿਜ਼ਨਸ ਵੀ ਜਿਹੜਾ ਜਾਂਦਾ ਲੱਗਣਾ ਤੇ ਜਿਹੜਾ ਫੜ ਲਿਆ ਉਹਨੂੰ ਚਾਰਜ ਨਹੀਂ ਕਰਨਾ ਹੈਗਾ। ਸੋ ਸ਼ਾਪਲਿਫਟਿੰਗ ਇਹ ਸਾਰਾ ਕੁਝ ਬਹੁਤ ਆ। ਆਪਣੇ ਪੰਜਾਬੀ ਭੈਣ ਭਰਾ ਵੀ ਬੜੇ ਜ਼ੋਰ ਸ਼ੋਰ ਦੇ ਨਾਲ ਸਟੋਰਾਂ ਵਾਲੇ ਲੱਗੇ ਹੋ ਆ, ਗੁਰੂ ਘਰਾਂ 'ਚ ਲੱਗੇ ਹੋ ਆ। ਦੂਸਰੇ ਪਾਸੇ ਚਰਚਾਂ ਵਾਲੇ ਜਿਹੜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ ਉਹ ਇਹਦੇ ਨਾਂ ਦੇ ਵਿੱਚ ਲੱਗੇ ਹੋ ਆ ਵੀ ਜੀ ਕਿਸੇ ਨੇ ਛੋਟਾ ਜਿਹਾ ਵੀ ਕ੍ਰਾਈਮ ਕੀਤਾ ਤੁਹਾਨੂੰ ਜੇਲ੍ਹ 'ਚ ਫੇਰ ਪਾ ਦੇਣਾ ਹੈਗਾ। ਉਹ ਉਹਨਾਂ ਨੂੰ ਜਿਹੜੀ ਆ ਮਿਸ ਇੰਟਰਪ੍ਰੀਟੇਸ਼ਨ ਜਾਂ ਮਿਸ ਰਿਪਰੈਜ਼ੈਂਟੇਸ਼ਨ ਕਰ ਰਹੇ ਹੈਗੇ ਆ। ਬੇਕਰਸਫੀਲਡ ਤੋਂ ਵੀ ਰਾਜਪਾਲ ਸਿੰਘ ਉਹਨਾਂ ਦੀ ਕਾਲ ਆਈ ਸੀ ਵੀ ਉੱਥੇ ਜਿਹੜਾ ਨਗਰ ਕੀਰਤਨ ਆ ਇਸ ਐਤਵਾਰ ਨੂੰ ਉੱਥੇ ਵੀ ਉਹ ਸਿਗਨੇਚਰ ਕਰਾ ਰਹੇ ਆ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਲੋਕਲ ਜਿਹੜੀ ਕਰਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਦੇ ਨਾਲ ਰਲ ਕੇ ਪ੍ਰੋਪੋਜੀਸ਼ਨ 36 ਦੇ ਹੱਕ ਵਿੱਚ ਜਾਣੀ ਕਿ ਜਿਹੜੀ ਡਰਾਈਵ ਆ ਉਹ ਚਲਾਈ ਸੀ ਲੋਕਾਂ ਨੂੰ
ਜਿਹੜਾ ਇੱਕ ਤਰ੍ਹਾਂ ਦੇ ਨਾਲ ਐਜੂਕੇਸ਼ਨ ਦੇਣ ਦੇ ਲਈ। ਸਿਚੁਏਸ਼ਨ ਇਦਾਂ ਦੀ ਆ, ਜੇ ਮੈਂ ਤੁਹਾਨੂੰ ਦੱਸਦੇ ਜਾਵਾਂ, ਕਹਿੰਦੇ ਵੀ ਸ਼ੌਪ ਲਿਫਟਿੰਗ ਕਿੱਦਾਂ ਕੈਲੀਫੋਰਨੀਆ ਦੇ ਵਿੱਚ ਚੇਂਜ ਹੋਇਆ 2015 ਤੋਂ ਲੈ ਕੇ 2019 ਵਰਸਸ 2023 ਚ ਦੇਖਿਆ ਜਾਵੇ। ਸੈਨ ਮਟੇਓ ਕਾਉਂਟੀ ਚ 97% ਵਾਧਾ ਹੋਇਆ। ਸੈਨ ਮਟੇਓ ਕਾਉਂਟੀ ਇਦਾਂ ਦੀ ਹੈ ਜਿੱਥੇ ਐਵਰੇਜ ਘਰ ਦੀ ਪ੍ਰਾਈਸ ਆਪਾਂ $2 ਮਿਲੀਅਨ ਕਹਿ ਸਕਦੇ ਹਾਂ। ਸੈਕਰਾਮੈਂਟੋ ਚ 74%, ਲਾਸ ਐਂਜਲਸ 49%, ਅਲਾਮੀਡਾ ਚ 43%, ਸੈਂਤਾ ਕਲਾਰਾ ਚ 38%। ਸੈਂਤਾ ਕਲਾਰਾ ਸ਼ਹਿਰ ਵੀ ਉਦਾਂ ਦਾ ਆ ਵੀ ਜਿੱਥੇ ਘਰਾਂ ਦੀ ਐਵਰੇਜ ਪ੍ਰਾਈਸ $1.5 ਮਿਲੀਅਨ ਤੋਂ ਉੱਪਰ ਆ ਤੇ ਮੇਜਰ ਜਿਹੜੇ ਆਈਟੀ ਕੰਪਨੀਆਂ ਦਾ ਹੱਬ ਉੱਥੇ ਹੈਗਾ। ਹਾਂਜੀ, ਸੋ ਇਹ ਬਹੁਤ ਸਿਚੁਏਸ਼ਨ ਜਿਹੜੀ ਚੇਂਜ ਹੋ ਰਹੀ ਆ। ਡਾਟਾ ਕਈ ਵਾਰੀ ਗਲਤ ਦੱਸਦੇ ਆ ਤਾਂ ਕਿ ਪਿਛਲੇ ਸਾਲਾਂ ਦੇ ਮੁਤਾਬਿਕ ਜਦੋਂ ਤੁਸੀਂ ਆਣਾ ਹੀ ਨਹੀਂ, ਰਿਪੋਰਟ ਹੀ ਨਹੀਂ ਪੁਲਿਸ ਨੇ ਕਰਨੀ ਤਾਂ ਆਪੇ ਨਹੀਂ ਉਹ ਰਿਪੋਰਟ ਪੇਸ਼ ਹੋਣੀ ਹੈਗੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਵਾਰ-ਵਾਰ ਆਪਾਂ ਕਹਿ ਰਹੇ ਹਾਂ ਜਿਹੜੀ ਪ੍ਰੋਪੋਜੀਸ਼ਨ 36 ਆ ਇਹਦਾ ਪਾਸ ਹੋਣਾ ਬਹੁਤ ਜ਼ਰੂਰੀ ਆ ਜੇ ਆਪਾਂ ਗੋਲਡਨ ਸਟੇਟ ਜਿਹੜੀ ਆਪਣੀ ਕੈਲੀਫੋਰਨੀਆ ਗੋਲਡਨ ਸਟੇਟ ਆ ਇਹਨੂੰ ਮੁੜ ਕੇ ਫਿਰ ਗੋਲਡਨ ਸਟੇਟ ਬਣਾਉਣਾ ਹੈਗਾ। ਜੀ, ਜੇਬ 'ਚ ਨਜ਼ਰ ਮਾਰ ਲਓ, ਵਾਲਟ 'ਚ ਨਜ਼ਰ ਮਾਰ ਲਓ, ਇੱਕ ਹੋਰ ਮੋਰੀ ਜਿਹੜੀ ਉਸ ਦੇ ਵਿੱਚ ਹੋ ਸਕਦੀ ਆ। ਕਾਰਬ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਇੱਕ ਵਾਰੀ ਫੇਰ ਕਹਿੰਦੇ ਵੀ ਗੈਸੋਲੀਨ ਦੀਆਂ ਪ੍ਰਾਈਸਾਂ ਨੂੰ ਵਧਾ ਸਕਦਾ ਆ। ਕਹਿੰਦਾ ਵੀ ਕਾਰਬ ਦੇ ਜਿਹੜੇ ਬੋਰਡ ਆ ਉਹਨਾਂ ਨੇ ਇਕਨੋਮਿਕ ਇੰਪੈਕਟ ਰਿਪੋਰਟ ਜਿਹੜੀ ਪਿਛਲੇ ਸਾਲ ਪੇਸ਼ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਸਖਤ ਕਾਰਬਨ ਰਿਡਕਸ਼ਨ ਪਾਲਿਸੀਜ਼ ਆ ਉਹਨਾਂ ਨੂੰ ਲਿਆਵਾਂਗੇ। ਕੰਸੀਡਰੇਸ਼ਨ ਆ ਉਹਦੇ ਨਾਲ 47 ਸੈਂਟ ਪਰ ਗੈਲਨ ਜਿਹੜਾ ਹੋਰ ਇਸ ਦੇ ਵਿੱਚ ਕੀਮਤ ਦੇ ਵਿੱਚ ਤੇਲ 'ਚ ਵਾਧਾ ਹੋ ਸਕਦਾ ਆ ਅਗਲੇ ਸਾਲ। ਕਾਰਬ ਪਹਿਲਾਂ ਇਸ ਪ੍ਰੋਜੈਕਸ਼ਨ ਤੋਂ ਬੈਕਅਵੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਰਿਕੁਆਇਰਮੈਂਟ ਨਹੀਂ ਹੈਗੀ, ਰੀਅਲ ਵਰਲਡ ਫਾਊਂਡੇਸ਼ਨ ਦੀ ਜਿਹੜੀ ਇਸ ਦੇ ਵਿੱਚ ਲੈਕਿੰਗ ਹੈਗੀ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜੀ ਰਿਪਬਲਿਕਨ ਡੈਲੀਗੇਸ਼ਨ ਆ ਕਾਂਗਰਸ ਦੀ, ਉਹਨਾਂ ਨੇ ਕਾਲ ਕੀਤੀ ਆ ਜਿਹੜੇ ਸਟੇਟ ਰਿਸੋਰਸ ਬੋਰਡ ਨੂੰ ਵੀ 8 ਨਵੰਬਰ ਵਾਲੀ ਜਿਹੜੀ ਵੋਟ ਆ ਉਸ ਨੂੰ ਡਿਲੇ ਕਰੋ। ਨਵੀਆਂ ਜਿਹੜੀਆਂ ਪਾਲਿਸੀਜ਼ ਜਿਸ ਦੇ ਵਿੱਚ ਗੈਸ ਦੀ ਪ੍ਰਾਈਸ ਜਿਹੜੀ ਉਹ ਵੱਧ ਸਕਦੀ ਹੈਗੀ ਆ। ਸੋ ਮਿਸ਼ੇਲ ਸਟੀਲ ਨੇ ਸੀਲ ਬੀਚ ਦੇ ਰਿਪਰੈਜ਼ੈਂਟੇਟਿਵ, ਉਹ ਕਹਿੰਦੇ ਵੀ ਇਸ ਐਫਰਟ ਨੂੰ ਅੱਗੇ ਮੋਹਰੇ ਲੈ ਕੇ ਜਾ ਰਹੇ ਆ 12 ਕੈਲੀਫੋਰਨੀਆ ਦੇ ਰਿਪਬਲਿਕਨਸ ਦੇ ਨਾਲ ਵੀ ਭਾਈ 8 ਨਵੰਬਰ ਨੂੰ ਜਿਹੜੀਆਂ ਤੁਸੀਂ ਗੈਸ ਦੀਆਂ ਕੀਮਤਾਂ ਵਧਾਉਣ ਬਾਰੇ ਸੋਚ ਰਹੇ ਆ ਉਸ ਨੂੰ ਭਾਈ ਨਾ ਜਿਹੜਾ ਉਹ ਕੀਤਾ ਜਾਵੇ। ਪਰ ਇਲੈਕਸ਼ਨ ਤੋਂ ਕੁਝ ਦਿਨਾਂ ਬਾਅਦ ਲੱਗ ਇਦਾਂ ਰਿਹਾ ਆ ਵੀ ਕੈਲੀਫੋਰਨੀਆ ਦੇ ਵਿੱਚ ਅੱਧੇ ਡਾਲਰ ਤੱਕ 47 ਸੈਂਟ ਤੱਕ ਗੈਸ ਦੀਆਂ ਪ੍ਰਾਈਸਾਂ ਕਾਰਬ ਦੇ ਇੱਕ ਫੈਸਲੇ ਦੇ ਨਾਲ ਵੱਧ ਸਕਦੀਆਂ ਹੈਗੀਆਂ। ਤੇ ਤੁਸੀਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ ਤੇ ਪੋਲੀਟੀਕੋ ਜਿਹੜਾ ਮੈਗਜ਼ੀਨ ਹੈਗਾ ਉਹਨਾਂ ਨੇ ਕਿਹਾ ਵੀ ਵੋਟਰ ਜਿਹੜੇ ਆ ਉਹ ਕਨਵਿੰਸ ਆ ਜਿਹੜੀ ਇਕਨੋਮੀ ਆ ਇਹ ਵਰਸ ਹੈਗੀ ਆ ਦੈਨ ਇਟ ਇਜ਼, ਤੇ ਇਹ ਕਮਲਾ ਹੈਰਿਸ ਨੂੰ ਹਿੱਟ ਕਰ ਸਕਦੀ ਹੈਗੀ ਇਲੈਕਸ਼ਨ ਦੇ ਵਿੱਚ। ਸੋ ਥੋੜੇ ਦਿਨ ਰਹਿ ਗਏ ਹੈਗੇ ਆ। ਇਹ ਤਾਂ ਉਹੀ ਗੱਲ ਆ ਜਿੱਦਾਂ ਇੰਡੀਆ 'ਚ ਹੁੰਦਾ ਵੀ ਪਹਿਲਾਂ ਗੈਸ ਦੀਆਂ ਪ੍ਰਾਈਸਿਸ ਘਟਾ ਦਿਓ ਤੇ ਵੋਟਾਂ ਤੋਂ ਬਾਅਦ ਜਿਹੜੀ ਆ ਪ੍ਰਾਈਸਿਸ ਉਹ ਵਧਾ ਦਿਓ। ਉਹੀ ਗੱਲ ਲੱਗ ਰਹੀ ਹੈ ਜੀ। ਡਾਓ ਜੋਨ ਅੱਜ ਜਿਹੜਾ ਹਰਜੋਤ ਸਿੰਘ ਜੀ ਥੱਲੇ ਵੱਲ ਨੂੰ ਗਿਆ 200 ਤੇ 60 ਪੁਆਇੰਟ ਘਟ ਕੇ 42,114 ਤੇ ਹੋਇਆ। S&P 2 ਪੁਆਇੰਟ ਘਟ ਕੇ 5808, ਨੈਸਡੈਕ 103 ਪੁਆਇੰਟ ਵੱਧ ਕੇ 18,518 ਤੇ ਬੰਦ ਹੋਇਆ। ਸੋਨੇ ਦਾ ਜਿਹੜਾ ਪਾਇਆ 10 ਈਅਰ ਯੀਲਡ ਜਿਹੜੀ ਆ ਉਹ 4.24% ਰਹੀ ਆ। ਸੋਨੇ ਦੇ ਭਾਅ ਦੇ ਵਿੱਚ 2700 ਤੇ $61 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ। ਜੇ ਹੁਣ ਇਜ਼ਰਾਈਲ ਤੇ ਈਰਾਨ ਵਾਲਾ ਮਸਲਾ ਹੋਰ ਵੱਧਦਾ ਆ ਤਾਂ ਤੇਲ ਦੀਆਂ ਕੀਮਤਾਂ ਫਿਰ ਜਿਹੜੀਆਂ ਆ ਉਹ ਹੋਰ ਵੱਧ ਸਕਦੀਆਂ ਆ ਤੇ ਉਤੋਂ ਕਾਰਬ ਦਾ ਜਿਹੜਾ ਡੰਡਾ ਆ ਉਹ ਵੱਜਣਾ ਆ। ਸੋ ਦੇਖੋ ਕੀ ਬਣਦਾ ਆਪਣਾ ਸਾਰਿਆਂ ਦਾ। ਤੇ ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 66,615 ਤੇ ਇਥੀਰੀਅਮ 2400 ਤੇ $39 ਦੇ ਬਰਾਬਰ ਚੱਲ ਰਿਹਾ ਆ। ਇੱਕ $1 ਦੇ ਬਰਾਬਰ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੰਡੀਆ ਦੇ 84 ਰੁਪਏ ਤੇ 10 ਪੈਸੇ ਰਹੇ ਆ। ਇੱਕ $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 25 ਪੈਸੇ। ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਜੋ ਮਾਰਚ ਚੱਲ ਰਿਹਾ ਹੈਗਾ, ਪੈਦਲ ਮਾਰਚ ਚੱਲ ਰਿਹਾ, ਉਹਦੀ ਜ਼ਰੂਰ ਥੋੜੀ ਅਪਡੇਟ ਦੇ ਦਿਓ ਜੀ। ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜਾ ਪੈਦਲ ਮਾਰਚ ਆ ਹੌਲੀ ਹੌਲੀ ਅੱਗੇ ਨੂੰ ਵੱਧ ਰਿਹਾ ਆ। ਸੈਕਰਾਮੈਂਟ ਵੱਲ ਨੂੰ ਜਿਹੜਾ ਉਹ ਆ ਰਿਹਾ ਆ। ਸ਼ਨੀਚਰਵਾਰ ਕੱਲ ਦੀ ਸ਼ਾਮ ਨੂੰ ਜਿਹੜਾ ਇਹ ਮਾਰਚ ਮੰਟੀਕਾ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਾ ਆ। ਫਿਰ ਉਸ ਤੋਂ ਬਾਅਦ 'ਚ ਐਤਵਾਰ ਦੀ ਦੁਪਹਿਰ ਨੂੰ ਜਿਹੜਾ ਆ ਇਹ ਮਾਰਚ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਉਹ ਪਹੁੰਚਣਾ ਆ। ਮੰਟੀਕਾ ਤੋਂ ਬਹੁਤ ਸਾਰੇ ਜਿਹੜੇ ਬੇ ਏਰੀਏ ਦੇ ਲੋਕ ਕਹਿੰਦੇ ਸੀ ਵੀ ਅਸੀਂ ਮਾਰਚ ਦੇ ਵਿੱਚ ਜੁੜਨਾ ਚਾਹੁੰਦੇ, ਉੱਥੋਂ ਦੇ ਲੋਕ ਜਿਹੜੇ ਜੁੜਨਾ ਚਾਹੁੰਦੇ ਆ।
ਸੋ ਐਤਵਾਰ ਸਵੇਰ ਨੂੰ ਉੱਥੋਂ 6 ਵਜੇ ਕਹਿੰਦੇ ਵੀ ਉਹਨਾਂ ਨੇ ਚਾਲੇ ਪਾਉਣੇ ਆ ਗੁਰਦੁਆਰਾ ਸਾਹਿਬ ਅੰਟੀਕਾ ਤੋਂ ਗੁਰਦੁਆਰਾ ਸਾਹਿਬ ਸਟਾਕਟਨ ਵੱਲ ਨੂੰ, ਤੇ ਉਹ ਦੁਪਹਿਰ ਨੂੰ 2 ਵਜੇ ਜਿਹੜੇ ਉੱਥੇ ਹਾਜ਼ਰੀ ਜਿਹੜੀ ਉਹ ਲਵਾਉਣਗੇ, ਉੱਥੇ ਜਿਹੜੇ ਉਹ ਪਹੁੰਚਣਗੇ। ਸੋ ਸਾਰਿਆਂ ਨੂੰ ਵੱਧ ਤੋਂ ਵੱਧ ਬੇਨਤੀ ਆ ਵੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਉਹ ਜ਼ਰੂਰ ਸ਼ਿਰਕਤ ਕਰੋ। ਨਿਰਭਉ ਤੇ ਨਿਆਂ ਮਾਰਚ, ਫੀਅਰਲੈਸ ਫਾਰ ਜਸਟਿਸ ਮਾਰਚ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਦੇ ਵਿੱਚੋਂ ਜਿਹੜਾ ਸਿੱਖ ਜੈਨੋਸਾਈਡ ਦਾ ਮਤਾ ਪੇਸ਼ ਹੋਣਾ, ਉਸ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਆ ਠੰਡੇ ਬਸਤੇ ਚੋਂ ਬਾਹਰ ਆਉਣਾ, ਤੇ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਇਸ ਦੇ ਬਾਰੇ ਪਤਾ ਲੱਗਣਾ, ਲੋਕਲ ਇੱਥੋਂ ਦੀ ਕਮਿਊਨਿਟੀ ਨੂੰ ਪਤਾ ਲੱਗਣਾ, ਲੋਕਲ ਇੱਥੋਂ ਦੇ ਪੋਲੀਟੀਸ਼ੀਅਨਸ ਨੂੰ ਇਸ ਦੇ ਵਿੱਚ ਪਤਾ ਲੱਗਣਾ, ਤੇ ਸਾਂਝੇ ਤੌਰ ਦੇ ਉੱਤੇ ਭਾਈਚਾਰਕ ਸਾਂਝ ਦਾ ਜਿਹੜਾ ਉਹ ਵਾਧਾ ਹੋਣਾ, ਉਹ ਉਹਨਾਂ ਦੇ ਵਿੱਚੋਂ ਕੁਛ ਨੇ। ਤੇ 1 ਨਵੰਬਰ ਨੂੰ ਆਪਾਂ ਕੈਲੀਫੋਰਨੀਆ ਦੀ ਜਿਹੜੀ ਰਾਜਧਾਨੀ ਆ, ਸਾਰਿਆਂ ਨੇ ਇਸ ਮਾਰਚ ਦੇ ਨਾਲ ਜਿਹੜੀ ਉਹ ਭਰਨੀ ਆ। ਇਹ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਹਾਂ। ਬਿਲਕੁਲ ਉਸੇ ਵੀਕਐਂਡ ਦੇ ਉੱਤੇ ਇਹ ਹੈਗਾ ਆ, ਨਗਰ ਕੀਰਤਨ ਤੋਂ 2 ਦਿਨ ਪਹਿਲਾਂ, ਨਗਰ ਕੀਰਤਨ ਵਾਲੇ ਵੀਕਐਂਡ ਦੇ ਜਿਹੜੇ ਸ਼ੁੱਕਰਵਾਰ ਨੂੰ ਕੈਪੀਟਲ ਰਾਜਧਾਨੀ ਸੈਕਰਾਮੈਂਟੋ ਦੇ ਵਿੱਚ ਇਹ ਜਿਹੜੀ ਮਾਰਚ ਆ ਜੋ ਬੇਕਰਸਫੀਲਡ ਤੋਂ 9 ਅਕਤੂਬਰ ਤੋਂ ਚੱਲੀ ਸੀ, ਉਹ ਉੱਥੇ ਤੱਕ ਪਹੁੰਚ ਕੇ ਸੰਪੂਰਨ ਹੋਵੇਗੀ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਸਤਿਕਾਰ ਸਰ ਨਿੱਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।